ਕਿ ਮੁਫਤੀ ਸਾਹਿਬ ਨਾਲ ਬੜੀ ਆਸਾਨੀ ਦੇ ਨਾਲ ਮੁਲਾਕਾਤ ਹੋ ਗਈ, ਬਿਲ ਮੁਸ਼ਾਫਾ ਮੁਲਾਕਾਤ ਹੋਈ। ਉਹਨਾਂ ਦੇ ਪਿੱਛੇ ਇੱਕ ਨਮਾਜ਼ ਪੜ੍ਹਨ ਦਾ ਸ਼ਰਫ ਵੀ ਹਾਸਲ ਹੋਇਆ। ਮੇਰਾ ਉਹਨਾਂ ਦਿਨਾਂ 'ਚ ਕਾਰੋਬਾਰੀ ਤੌਰ 'ਤੇ ਕਰਾਚੀ ਵੀ ਆਉਣ ਜਾਣ ਹੁੰਦਾ ਸੀ। ਹਰ ਮਹੀਨੇ ਕਾਰੋਬਾਰੀ ਸਿਲਸਿਲੇ ਦੇ ਨਾਲ ਕਰਾਚੀ ਜਾਈਦਾ ਸੀ, ਜਦਕਿ ਦੀਨ ਸਾਡੇ ਤਾਬੇ ਨਹੀਂ ਹੈ। ਅਗਰ ਅਸੀਂ ਇਸ ਤਰ੍ਹਾਂ ਸੋਚਾਂਗੇ ਕਿ ਦੀਨ ਸਾਡੇ ਤਾਬੇ ਵੇ ਤੇ ਅਸੀਂ ਗੁੰਮਰਾਹ ਹੋ ਜਾਵਾਂਗੇ। ਬਿਸਮਿल्लाहिर्रहमानिर्रहीम। ਦੋਸਤੋ, अस्सलाम अलैकुम। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਸਿਹਤ ਤੇ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ। ਆਮੀਨ ਸੁਮਾ ਆਮੀਨ। ਦੋਸਤੋ, ਮੇਰੀ ਹਰ ਮੁਮਕਿਨ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜਿਹੜੀ ਵੀ ਗੱਲ ਤੁਹਾਡੇ ਨਾਲ ਸ਼ੇਅਰ ਕਰਾਂ ਉਹ ਆਪਣੇ ਤਜਰਬੇ 'ਚ ਜ਼ਰੂਰ ਹੋਵੇ ਔਰ ਉਸ ਦਾ ਤਜਰਬਾ ਮੈਂ ਕੀਤਾ ਹੋਵੇ। ਸੁਣੀ ਸੁਣਾਈ ਗੱਲ ਦੇ ਉੱਤੇ ਮੈਂ ਯਕੀਨ ਨਹੀਂ ਰੱਖਦਾ, ਕਿਉਂਕਿ ਸੁਣੀ ਸੁਣਾਈ ਗੱਲ ਅਕਸਰ ਝੂਠ ਹੁੰਦੀ ਹੈ ਔਰ ਉਹਦੇ 'ਚ ਸੁਣਾਉਣ ਵਾਲੇ ਦਾ ਆਪਣਾ ਇੱਕ ਮਕਸਦ ਹੁੰਦਾ ਹੈ ਔਰ ਆਪਣਾ ਇੱਕ ਉਹਦਾ ਤਰੀਕਾਕਾਰ ਹੁੰਦਾ ਹੈ। ਲੇਕਿਨ ਜਿਹੜੀ ਹੱਡ ਬੀਤੀ ਹੋਵੇ, ਆਪਣੇ ਨਾਲ ਗੁਜ਼ਰੀ ਹੋਵੇ, ਉਹ ਗੱਲ ਖਾਲਸ ਗੱਲ ਹੁੰਦੀ ਹੈ। ਔਰ ਇਸੇ ਨਜ਼ਰੀਏ ਦੇ ਨਾਲ ਮੈਂ ਕੋਸ਼ਿਸ਼ ਕਰਨਾ ਵਾਂ ਕਿ ਤੁਹਾਡੇ ਨਾਲ ਉਹ ਗੱਲ ਸ਼ੇਅਰ ਕੀਤੀ ਜਾਏ ਕਿ ਜਿਹਦਾ ਤਜਰਬਾ ਜਾਂ ਹੱਡ ਬੀਤ ਜ਼ਰੂਰ ਹੋਵੇ। ਚੈਨਲ 'ਤੇ ਨਵੇਂ ਆਉਣ ਵਾਲੇ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਵੋ ਔਰ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ, ਮੈਂ ਇੱਕ ਬਿਜ਼ਨਸਮੈਨ ਸਾਂ। ਬਚਪਨ ਤੋਂ ਆਪਣੇ ਵਾਲਦ ਸਾਹਿਬ ਨੂੰ ਵੀ ਬਿਜ਼ਨਸ ਕਰਦਿਆਂ ਦੇਖਿਆ ਔਰ ਵਾਲਦ ਸਾਹਿਬ ਦੇ ਜ਼ਿੰਦਗੀ ਤੋਂ ਬਾਅਦ ਵੀ ਮੈਂ ਬਿਜ਼ਨਸ ਕਰਦਾ ਰਿਹਾ ਔਰ ਬਿਜ਼ਨਸ ਦੇ ਵਿੱਚ ਹਰ ਮੁਮਕਿਨ ਕੋਸ਼ਿਸ਼ ਕੀਤੀ ਕਿ ਜਿਹੜਾ ਹਲਾਲ ਤਰੀਕਾ ਹੈ ਉਸ ਤਰੀਕੇ ਨਾਲ ਕੀਤਾ ਜਾਏ। ਮੈਂ ਇੱਕ ਦਫਾ ਇੱਕ ਅਖਬਾਰ ਵਿੱਚ ਪੜ੍ਹਿਆ, ਇੱਕ ਮੁਫਤੀ ਸਾਹਿਬ ਨੇ ਇੱਕ ਮਸਲਾ ਲਿਖਿਆ ਸੀ ਸੂਦ ਦੇ ਬਾਰੇ 'ਚ। ਉਹ ਮੈਂ ਮਸਲਾ ਪੜ੍ਹਿਆ, ਉਸ ਵਕਤ ਤਕਰੀਬਨ ਮੇਰੀ ਉਮਰ 29-30 ਸਾਲ ਸੀ। ਉਹ ਜਦੋਂ ਮੈਂ ਮਸਲਾ ਪੜ੍ਹਿਆ ਤੇ ਕੋਸ਼ਿਸ਼ ਕੀਤੀ ਕਿ ਉਹਦੇ ਉੱਤੇ ਅਮਲ ਵੀ ਕੀਤਾ ਜਾਏ ਔਰ ਜਿਹੜੇ ਮੁਫਤੀ ਸਾਹਿਬ ਨੇ ਉਹ ਮਸਲਾ ਲਿਖਿਆ ਉਹਨਾਂ ਨੂੰ ਮਿਲਿਆ ਵੀ ਜਾਏ। ਲੇਕਿਨ ਮਿਲਣਾ ਉਹਨਾਂ ਨੂੰ ਐਡਾ ਆਸਾਨ ਨਹੀਂ ਸੀ, ਕਿਉਂਕਿ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਔਰ ਮੁਫਤੀ ਸਾਹਿਬ ਜਿਨ੍ਹਾਂ ਨੇ ਮਸਲਾ ਲਿਖਿਆ ਸੀ ਉਹ ਕਰਾਚੀ ਰਹਿੰਦੇ ਸਨ। ਲੇਕਿਨ ਮੇਰਾ ਉਹਨਾਂ ਦਿਨਾਂ 'ਚ ਕਾਰੋਬਾਰੀ ਤੌਰ 'ਤੇ ਕਰਾਚੀ ਵੀ ਆਉਣ ਜਾਣ ਹੁੰਦਾ ਸੀ। ਹਰ ਮਹੀਨੇ ਕਾਰੋਬਾਰੀ ਸਿਲਸਿਲੇ ਦੇ ਨਾਲ ਕਰਾਚੀ ਜਾਈਦਾ ਸੀ ਔਰ ਮੈਂ ਜਾ ਕੇ ਮੁਫਤੀ ਸਾਹਿਬ ਨੂੰ ਬਿਲ ਮੁਸ਼ਾਫਾ ਵੀ ਮਿਲਿਆ। ਉਹਨਾਂ ਨਾਲ ਉੱਥੇ ਜਾ ਕੇ ਵੀ ਮੁਲਾਕਾਤ ਕਰਨਾ ਐਡਾ ਆਸਾਨ ਨਹੀਂ ਸੀ। ਲੇਕਿਨ ਅਸੀਂ ਜਦੋਂ ਘਰੋਂ ਪੰਜਾਬ ਤੋਂ ਇਹ ਨੀਅਤ ਲੈ ਕੇ ਚੱਲੇ ਕਿ ਮੁਫਤੀ ਸਾਹਿਬ ਨੂੰ ਮਿਲਣਾ ਹੈ ਔਰ ਹਾਲਤ ਨੀਅਤ ਇਹ ਸੀ ਕਿ ਇਸ ਮਸਲੇ ਦੇ ਬਾਰੇ 'ਚ ਵੀ ਗੱਲ ਕਰਨੀ ਹੈ। ਅੱਲਾਹ ਤਾਲਾ ਸਾਡੀ ਰਹਿਨਮਾਈ ਫਰਮਾਏ ਔਰ ਅੱਲਾਹ ਤਾਲਾ ਨੇ ਸਾਡੀ ਰਹਿਨਮਾਈ ਫਰਮਾਈ ਕਿ ਮੁਫਤੀ ਸਾਹਿਬ ਨਾਲ ਬੜੀ ਆਸਾਨੀ ਦੇ ਨਾਲ ਮੁਲਾਕਾਤ ਹੋ ਗਈ, ਬਿਲ ਮੁਸ਼ਾਫਾ ਮੁਲਾਕਾਤ ਹੋਈ। ਉਹਨਾਂ ਦੇ ਪਿੱਛੇ ਇੱਕ ਨਮਾਜ਼ ਪੜ੍ਹਨ ਦਾ ਸ਼ਰਫ ਵੀ ਹਾਸਲ ਹੋਇਆ। ਅਸਰ ਦੀ ਨਮਾਜ਼ ਅਸੀਂ ਉਹਨਾਂ ਦੇ ਪਿੱਛੇ ਪੜ੍ਹੀ ਨਾ, ਜਿੱਥੇ ਜਾ ਕੇ ਮਿਲੇ ਔਰ ਮੁਫਤੀ ਸਾਹਿਬ ਦਾ ਨਾਂ ਸੀ ਮੁਫਤੀ ਅਬਦਰ ਰਸ਼ੀਦ ਸਾਹਿਬ। ਉਹ ਮਸਲਾ ਕੀ ਸੀ ਕਿ ਉਹਨਾਂ ਲਿਖਿਆ ਸੀ ਕਿ ਇੱਕ ਚੀਜ਼ ਦੇ
ਦੋ ਰੇਟ ਕਰਨਾ ਵੀ ਸੂਦ ਹੈ। ਮੈਂ ਬੜਾ ਪਰੇਸ਼ਾਨ ਹੋਇਆ ਕਿ ਇੱਕ ਚੀਜ਼ ਦੇ ਦੋ ਰੇਟ ਕਰਨਾ ਵੀ ਸੂਦ ਹੈ ਤੋ ਕਿਸ ਤਰ੍ਹਾਂ ਵੇ। ਉਹ ਫਿਰ ਜਦੋਂ ਮੈਂ ਤਫਸੀਲ ਨਾਲ ਮਸਲਾ ਪੜ੍ਹਿਆ ਤੇ ਉਹਨਾਂ ਦੱਸਿਆ ਕਿ ਮਿਸਾਲ ਦੇ ਤੌਰ ਤੇ ਇੱਕ ਚੀਜ਼ ਦੇ ਦੋ ਰੇਟ ਕਰਨਾ ਹੀ ਸੂਦ ਹੈ। ਮਸਲਨ ਜਿਹੜੀ 10 ਰੁਪਏ ਦੀ ਚੀਜ਼ ਹੈ, ਉਹ ਅਗਰ ਤੁਸੀਂ 10 ਰੁਪਏ ਦੀ ਕੈਸ਼ ਤੇ ਵੇਚ ਦਿਓ ਔਰ ਇੱਕ ਮਾੜਾ ਗਰੀਬ ਆਦਮੀ ਉਹ ਹੀ ਚੀਜ਼ ਲੈਣ ਆ ਜਾਂਦਾ ਹੈ ਲੇਕਿਨ ਉਹਦੇ ਕੋਲ ਪੈਸੇ ਨਹੀਂ ਹਨ, ਤਾਂ ਇਹ ਤਕਾਜ਼ਾ ਕਰਦਾ ਹੈ ਜਾਂ ਵਾਅਦਾ ਕਰਦਾ ਹੈ ਕਿ ਮੈਂ 1-2 ਦਿਨਾਂ 'ਚ ਜਾਂ 10 ਦਿਨਾਂ 'ਚ ਜਾਂ ਮਹੀਨੇ ਬਾਅਦ ਤੁਹਾਨੂੰ ਇਹਦੇ ਪੈਸੇ ਦੇ ਦਿਆਂਗਾ। ਤੇ ਉਹ ਚੀਜ਼ ਅਗਰ ਤੁਸੀਂ 12 ਰੁਪਏ ਦੀ ਵੇਚਦੇ ਉਹਨੂੰ, ਤੇ ਉਹਨਾਂ ਦੱਸਿਆ ਇਹ ਹੀ ਸੂਦ ਹੈ। ਕਿਉਂਕਿ ਸੂਦ ਦਾ ਜਿਹੜਾ ਕਨਸੈਪਟ ਹੈ ਉਹ ਇਸੇ ਵਾਸਤੇ ਹੀ ਹੈ ਕਿ ਇੱਕ ਗਰੀਬ ਆਦਮੀ ਤੁਹਾਡੇ ਕੋਲ ਗਰਜ਼ ਕਰਦਾ ਹੈ ਸਮਾਨ ਦੀ ਸ਼ਕਲ ਵਿੱਚ ਜਾਂ ਪੈਸਿਆਂ ਦੀ ਸ਼ਕਲ ਵਿੱਚ, ਤੇ ਤੁਸੀਂ ਜਿਹੜਾ ਉਹਦੇ 'ਤੇ ਇਜ਼ਾਫੀ ਤਗਾਜ਼ਾ ਕਰਦੇ ਹੋ ਨਾ, ਉਹਨੂੰ ਹੀ ਤਾਂ ਸੂਦ ਕਿਹਾ ਗਿਆ ਹੈ। ਫਿਰ ਮੈਂ ਸਮਝਿਆ ਔਰ ਮੈਂ ਸਾਰੀ ਜ਼ਿੰਦਗੀ ਆਪਣੀ ਜਿਹੜੀ ਕਾਰੋਬਾਰੀ ਗੁਜ਼ਰੀ ਉਹਦੇ 'ਚ ਕੋਸ਼ਿਸ਼ ਕੀਤੀ ਕਿ ਜਿਹੜਾ ਬੰਦਾ ਨਗਦ ਮਾਲ ਲੈਂਦਾ ਸੀ ਉਹਨੂੰ ਔਰ ਜਿਹੜਾ ਬੰਦਾ ਉਧਾਰ ਲੈਂਦਾ ਸੀ ਮੈਂ ਰੇਟ 'ਚ ਫਰਕ ਨਹੀਂ ਸਾਂ ਕਰਦਾ। ਔਰ ਇਹ ਮੈਂ ਤਰੀਕਾਕਾਰ ਉਸ ਵਕਤ ਜਦੋਂ ਪੜ੍ਹਿਆ ਉਦੋਂ ਤੋਂ ਹੀ ਸ਼ੁਰੂ ਕਰ ਲਿਆ ਕਿ ਅੱਲਾਹ ਤਾਲਾ ਕਹਿੰਦਾ ਹੈ ਕਿ ਸੂਦ ਦੇ ਜਿਹੜਾ ਕਾਰੋਬਾਰ ਕਰਦਾ ਹੈ ਮੇਰੇ ਨਾਲ ਉਹ ਖੁੱਲੀ ਜੰਗ ਕਰਦਾ ਹੈ। ਇਹ ਇਸ ਤਰ੍ਹਾਂ ਸੁਣਿਆ ਸਾਂ ਆਪਣੇ ਉਲਮਾ ਕੋਲੋਂ, ਸਾਹਿਬੇ ਇਲਮਾਂ ਕੋਲੋਂ। ਤੇ ਦੋਸਤੋ, ਅੱਜ ਮੇਰਾ ਦਿਲ ਕੀਤਾ ਕਿ ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰ ਦਿਆਂ ਕਿ ਖੁਦਾਰਾ ਅਗਰ ਤੁਸੀਂ ਕਾਰੋਬਾਰੀ ਹੋ ਤੇ ਇਸ ਗੱਲ ਨੂੰ ਸਮਝ ਲਵੋ। ਤੁਸੀਂ ਮੇਰੀ ਗੱਲ ਤੇ ਨਾ ਰਵੋ, ਤੁਸੀਂ ਕਿਸੇ ਮੁਫਤੀ ਕੋਲੋਂ ਵੀ ਇਹਦੇ ਬਾਰੇ 'ਚ ਇਲਮ ਹਾਸਲ ਕਰ ਲਵੋ ਕਿ ਆਇਆ ਨਕਦ ਔਰ ਉਧਾਰ ਦਾ ਰੇਟ ਵੱਖਰਾ ਵੱਖਰਾ ਕਰਨਾ ਹੈ ਇੱਕ ਚੀਜ਼ ਦਾ, ਕਿਆ ਇਹ ਸੂਦ ਹੋਏਗਾ? ਇਹ ਤੁਸੀਂ ਪੁੱਛ ਕੇ ਕਿਸੇ ਮੁਫਤੀ ਕੋਲੋਂ ਵੀ ਅਮਲ ਕਰ ਸਕਦੇ ਹੋ। ਵਰਨਾ ਮੈਂ ਜੋ ਪੜ੍ਹਿਆ ਉਸ ਵਕਤ, ਜੋ ਤਹਿਕੀਕ ਕੀਤੀ, ਜੋ ਸਮਝਿਆ, ਉਹ ਮੈਂ ਤੁਹਾਡੇ ਨਾਲ ਬਿਆਨ ਕਰ ਦਿੱਤਾ। ਮੇਰੀ ਕੋਈ ਗੱਲ ਤੁਹਾਨੂੰ ਗਲਤ ਲੱਗੀ ਹੋਵੇ ਤੇ ਉਹਦੀ ਮੈਂ ਮਾਜ਼ਰਤ ਚਾਹੁੰਦਾ ਵਾਂ, ਕਿਉਂਕਿ ਮੈਂ ਦੀਨ ਦਾ ਪੜ੍ਹਿਆ ਨਹੀਂ ਹੈ। ਮੇਰੇ ਕੋਲ ਜੋ ਇਲਮ ਹੈ ਸੀ, ਜੋ ਮੈਂ ਅਖਬਾਰ ਵਿੱਚ ਪੜ੍ਹਿਆ, ਮਸਲਾ ਸਮਝਿਆ, ਉਹਦੇ 'ਤੇ ਅਮਲ ਕੀਤਾ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ। ਅੱਲਾਹ ਤਾਲਾ ਸਾਨੂੰ ਸਭ ਨੂੰ ਅਮਲ ਦੀ ਤੌਫੀਕ ਦੇਵੇ ਔਰ ਦੀਨ ਨੂੰ ਸਮਝਣ ਦੀ ਤੌਫੀਕ ਦੇਵੇ। ਇੱਕ ਗੱਲ ਹੋਰ ਕਰਨੀ ਚਾਹੁੰਦਾ, ਜਿਹੜੀ ਅਸੀਂ ਉਹ ਸਮਝੀ ਤੇ ਕੋਸ਼ਿਸ਼ ਕਰਨਾ ਮੈਂ ਉਹ ਵੀ ਤੁਹਾਡੇ ਨਾਲ ਕਰਦੇ ਹਾਂ। ਦੀਨ ਦੇ ਅਸੀਂ ਲੋਕ ਤਾਬੇ ਹਾਂ, ਤਾਂ ਹੀ ਦੀਨ ਦੇ ਉੱਤੇ ਅਮਲ ਹੋ ਸਕਦਾ ਹੈ, ਜਦਕਿ ਦੀਨ ਸਾਡੇ ਤਾਬੇ ਨਹੀਂ ਹੈ। ਅਗਰ ਅਸੀਂ ਇਸ ਤਰ੍ਹਾਂ ਸੋਚਾਂਗੇ ਕਿ ਦੀਨ ਸਾਡੇ ਤਾਬੇ ਵੇ ਤੇ ਅਸੀਂ ਗੁੰਮਰਾਹ ਹੋ ਜਾਵਾਂਗੇ ਔਰ ਦੀਨ ਦੇ ਵਿੱਚ ਵੀ ਨਾ ਰਵਾਂਗੇ। ਅਸੀਂ ਦੀਨ ਦੇ ਵਿੱਚ ਔਰ ਦੀਨ ਦੇ ਉੱਤੇ ਅਮਲ ਉਸੇ ਸੂਰਤ ਵਿੱਚ ਕਰ ਸਕਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਦੀਨ ਦੇ ਤਾਬੇ ਸਮਝੀਏ ਔਰ ਦੀਨ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰੀਏ। ਇਨਸਾਨੀਅਤ ਦਾ ਦਰਸ ਦਿੰਦੇ ਰਹੀਏ ਔਰ ਇਨਸਾਨੀਅਤ ਦੇ ਦਰਸ ਦੇ ਉੱਤੇ ਚੱਲਦੇ ਰਹੀਏ ਔਰ ਅੱਲਾਹ ਤਾਲਾ ਦੇ ਜਿਹੜੇ ਬਤਾਏ ਹੋਏ ਰਸਤੇ ਨੇ, ਹੁਕਮ ਨੇ, ਉਹਨਾਂ ਦੇ ਉੱਤੇ ਅਮਲ ਕਰਦੇ ਰਹੀਏ। ਅੱਲਾਹ ਤਾਲਾ ਸਾਨੂੰ ਸਾਰਿਆਂ ਨੂੰ ਅਮਲ ਦੀ ਤੌਫੀਕ ਦੇਵੇ। ਤੁਹਾਡੇ ਵਾਸਤੇ ਫਿਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਸਾਡਾ ਤੇ ਤੁਹਾਡਾ ਹਾਮੀ ਨਾਸਰ ਹੋਵੇ। ਅੱਲਾ ਨਿਗਹਿਬਾਨ।